ਕਹਾਣੀ ਸ਼ੁਰੂ ਹੁੰਦੀ ਹੈ ਤੇ ਅਸੀਂ ਐਨੀ ਨਾਂ ਦੀ ਕੁੜੀ ਨੂੰ ਘਰ ਤੋਂ ਬਾਹਰ ਭੱਜ ਕੇ ਆਉਂਦੇ ਹੋਏ ਵੇਖਦੇ ਹਾਂ। ਉਸ ਨੂੰ ਵੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਤੋਂ ਆਪਣੀ ਜਾਨ ਬਚਾ ਕੇ ਭੱਜ ਰਹੀ ਹੋਵੇ। ਫਿਰ ਉਹ ਭੱਜ ਕੇ ਸੜਕ ਦੇ ਵਿੱਚ ਆ ਕੇ ਰੁਕ ਜਾਂਦੀ ਹੈ ਅਤੇ ਪਿੱਛੇ ਵੱਲ ਨੂੰ ਵੇਖਣ ਲੱਗ ਜਾਂਦੀ ਹੈ। ਫਿਰ ਉਸੇ ਵੇਲੇ ਉਸਦੇ ਫਾਦਰ ਸਾਹਿਬ ਉਸ ਨੂੰ ਆਵਾਜ਼ ਦਿੰਦੇ ਹਨ। ਫਿਰ ਉਹ ਭੱਜ ਕੇ ਵਾਪਸ ਆਪਣੇ ਘਰ ਦੇ ਅੰਦਰ ਚਲੀ ਜਾਂਦੀ ਹੈ ਅਤੇ ਘਰ ਤੋਂ ਕਾਰ ਦੀ ਚਾਬੀ ਲੈ ਕੇ ਬਾਹਰ ਆਉਂਦੀ ਹੈ। ਫਿਰ ਉਹ ਆਪਣੀ ਕਾਰ ਲੈ ਕੇ ਇੱਕ ਬੀਚ ਤੇ ਪਹੁੰਚ ਜਾਂਦੀ ਹੈ। ਫਿਰ ਉੱਥੇ ਉਹ ਆਪਣੀ ਕਾਰ ਪਾਰਕ ਕਰਕੇ ਸਾਹਮਣੇ ਹੀ ਬੈਠ ਜਾਂਦੀ ਹੈ। ਉਸ ਵੇਲੇ ਉਹ ਆਪਣੇ ਫਾਦਰ ਸਾਹਿਬ ਤੋਂ ਗੱਲ ਕਰ ਰਹੀ ਹੁੰਦੀ ਹੈ। ਉਹ ਆਪਣੇ ਫਾਦਰ ਸਾਹਿਬ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਤੋਂ ਬਹੁਤ ਪਿਆਰ ਕਰਦੀ ਹਾਂ। ਤੇ ਅਗਲੇ ਦਿਨ ਉਸੇ ਬੀਚ ਤੇ ਐਨੀ ਦੀ ਡੈਡ ਬੋਡੀ ਪਾਈ ਜਾਂਦੀ ਹੈ। ਉਸ ਦੀ ਬੋਡੀ ਬੜੀ ਹੀ ਅਜੀਬ ਹਾਲਤ ਵਿੱਚ ਪਾਈ ਜਾਂਦੀ ਹੈ। ਹੁਣ ਅਗਲੇ ਸੀਨ ਵਿੱਚ ਸਾਨੂੰ ਜੈ ਨਾਮ ਦੀ ਕੁੜੀ ਵਿਖਾਈ ਜਾਂਦੀ ਹੈ ਜੋ ਕਿ ਸਵਿਮਿੰਗ ਪੂਲ ਵਿੱਚ ਨਹਾ ਰਹੀ ਹੁੰਦੀ ਹੈ। ਫਿਰ ਉੱਥੇ ਉਸ ਦੀ ਭੈਣ ਕੇਲੀ ਆਂਦੀ ਹੈ ਅਤੇ ਉਸ ਨੂੰ ਆਪਣੇ ਦੋਸਤਾਂ ਨਾਲ ਫਿਲਮ ਵੇਖਣ ਲਈ ਇਨਵਾਈਟ ਕਰਦੀ ਹੈ, ਲੇਕਿਨ ਜੈ ਉਸ ਨੂੰ ਨਾ ਕਰ ਦਿੰਦੀ ਹੈ ਕਿਉਂਕਿ ਉਸ ਦਿਨ ਉਹ ਕਿਸੇ ਨਾਲ ਡੇਟ ਤੇ ਜਾਣ ਵਾਲੀ ਸੀ। ਕੇਲੀ ਦੇ ਜਾਣ ਤੋਂ ਬਾਅਦ ਉਹ ਥੋੜਾ ਮੁਸਕਰਾਉਂਦੀ ਹੈ ਅਤੇ ਆਪਣੇ ਇੱਕ ਗੁਆਂਢੀ ਮੁੰਡੇ ਵੱਲ ਵੇਖਦੀ ਹੈ ਜੋ ਕਿ ਉਸ ਨੂੰ ਛੁਪ-ਛੁਪ ਕੇ ਨਹਾਉਂਦੇ ਹੋਏ ਵੇਖ ਰਿਹਾ ਸੀ। ਘਰ ਦੇ ਅੰਦਰ ਕੇਲੀ ਆਪਣੇ ਦੋਸਤ ਪੋਲ ਅਤੇ ਯਾਰਾਂ ਨਾਲ ਮੂਵੀ ਵੇਖ ਰਹੀ ਸੀ। ਉਸੇ ਵੇਲੇ ਜੈ ਆਪਣੇ ਰੂਮ ਵਿੱਚ ਜਾਂਦੀ ਹੈ ਅਤੇ ਡੇਟ ਤੇ ਜਾਣ ਲਈ ਤਿਆਰ ਹੋਣ ਲੱਗਦੀ ਹੈ। ਫਿਰ ਉਹ ਆਪਣੇ ਬॉयਫ੍ਰੈਂਡ ਹਿਊਗ ਦੇ ਨਾਲ ਥੀਏਟਰ ਜਾਂਦੀ ਹੈ। ਉੱਥੇ ਉਹ ਉਸ ਦੇ ਨਾਲ ਇੱਕ ਗੇਮ ਖੇਡਦੀ ਹੈ ਜੋ ਉਹ ਅਕਸਰ ਆਪਣੀ ਸਿਸਟਰ ਦੇ ਨਾਲ ਖੇਡਿਆ ਕਰਦੀ ਸੀ। ਇਸ ਖੇਡ ਵਿੱਚ ਉਹਨਾਂ ਨੂੰ ਇੱਕ ਬੰਦਾ ਚੁਣਨਾ ਹੁੰਦਾ ਹੈ ਜਿਸ ਦੇ ਨਾਲ ਉਹ ਕੰਮ ਕਰਨਾ ਚਾਹੁੰਦੇ ਹਨ। ਫਿਰ ਹਿਊਗ ਇੱਕ ਬੰਦਾ ਚੁਣਦਾ ਹੈ ਅਤੇ ਜੇ ਅੰਦਾਜ਼ਾ ਲਗਾਉਂਦੀ ਹੈ ਕਿ ਉਸਨੇ ਕਿਸ ਨੂੰ ਚੁਣਿਆ ਹੈ। ਫਿਰ ਜਦੋਂ ਹਿਊਗ ਦੇ ਅੰਦਾਜ਼ਾ ਲਗਾਉਣ ਦੀ ਵਾਰੀ ਆਉਂਦੀ ਹੈ ਤਾਂ ਉਹ ਇੱਕ ਕੁੜੀ ਵੱਲ ਇਸ਼ਾਰਾ ਕਰਦਾ ਹੈ ਜਿਸਨੇ ਪੀਲੇ ਰੰਗ ਦੀ ਡਰੈਸ ਪਾਈ ਹੁੰਦੀ ਹੈ, ਲੇਕਿਨ ਜੈ ਨੂੰ ਉਹ ਕੁੜੀ ਵਿਖਾਈ ਨਹੀਂ ਦਿੰਦੀ। ਇਸ ਗੱਲ ਤੋਂ ਹਿਊਗ ਡਰ ਜਾਂਦਾ ਹੈ ਅਤੇ ਜੈ ਨੂੰ ਜਲਦੀ ਤੋਂ ਇੱਥੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਬਾਹਰ ਆ ਕੇ ਹਿਊਗ ਕਹਿੰਦਾ ਕਿ ਮੈਨੂੰ ਥੀਏਟਰ ਦੇ ਅੰਦਰ ਕੁਝ ਅਜੀਬ ਲੱਗ ਰਿਹਾ ਸੀ। ਫਿਰ ਉਹ ਦੋਨੋਂ ਉੱਥੋਂ ਇੱਕ ਰੈਸਟੋਰੈਂਟ ਦੇ ਅੰਦਰ ਜਾਂਦੇ ਹਨ ਅਤੇ ਡਿਨਰ ਕਰਦੇ ਹਨ। ਅਗਲੇ ਦਿਨ ਜੈ ਆਪਣੀ ਸਿਸਟਰ ਕੈਲੀ ਨਾਲ ਘਰ ਜਾ ਰਹੀ ਹੁੰਦੀ ਹੈ ਅਤੇ ਹਿਊਗ ਦੇ ਬਾਰੇ ਗੱਲ ਕਰ ਰਹੀ ਹੁੰਦੀ ਹੈ। ਉਹ ਉਸ ਨੂੰ ਕੱਲ ਦੇ ਥੀਏਟਰ ਦੀ ਗੱਲ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਸ਼ਾਇਦ ਕੱਲ ਉਸ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਉਹ ਕੱਲ ਅਜੀਬ ਗੱਲਾਂ ਕਰ ਰਿਹਾ ਸੀ। ਲੇਕਿਨ ਉਸ ਨੂੰ ਇਹ ਸ਼ੱਕ ਵੀ ਹੁੰਦਾ ਹੈ ਕਿ ਹਿਊਗ ਜ਼ਰੂਰ ਉਸ ਤੋਂ ਕੁਝ ਛੁਪਾ ਰਿਹਾ ਹੈ। ਫਿਰ ਜੈ ਅਤੇ ਕੈਲੀ ਘਰ ਵਾਪਸ ਆਉਂਦੇ ਹਨ। ਉਸ ਵੇਲੇ ਉਹਨਾਂ ਦਾ ਗੁਆਂਢੀ ਆਪਣੀ ਕਾਰ ਤੋਰਿਆ ਹੁੰਦਾ ਹੈ। ਫਿਰ ਉਸੇ ਰਾਤ ਜੈ ਅਤੇ ਹਿਊਗ ਆਪਣੀ ਨੈਕਸਟ ਡੇਟ ਤੇ ਜਾਂਦੇ ਹਨ। ਹਿਊਗ ਉਸ ਨੂੰ ਸੁਨਸਾਨ ਏਰੀਆ ਦੇ ਅੰਦਰ ਲੈ ਕੇ ਜਾਂਦਾ ਹੈ ਤੇ ਉਹ ਪਹਿਲੀ ਵਾਰੀ ਆਪਣੀ ਕਾਰ ਦੇ ਅੰਦਰ ਇੰਟੀਮੇਟ ਹੁੰਦੇ ਹਨ। ਜੈ ਉਸ ਵੇਲੇ ਪੂਰੀ ਤਰ੍ਹਾਂ ਹੋਸ਼ ਵਿੱਚ ਹੁੰਦੀ ਹੈ, ਲੇਕਿਨ ਹਿਊਗ ਉਸ ਨੂੰ ਉਸ ਵੇਲੇ ਕਲੋਰੋਫਾਰਮ ਸੁੰਘਾ ਕੇ ਬੇਹੋਸ਼ ਕਰ ਦਿੰਦਾ ਹੈ। ਜੈ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਹੈ, ਲੇਕਿਨ ਹਿਊਗ ਉਸ ਤੋਂ ਜ਼ਿਆਦਾ ਤਾਕਤਵਰ ਸੀ, ਇਸ ਲਈ ਉਹ ਉਸ ਨੂੰ ਰੋਕ ਨਹੀਂ ਪਾਉਂਦੀ। ਜਦੋਂ ਜੈ ਨੂੰ ਹੋਸ਼ ਆਉਂਦਾ ਹੈ ਤਾਂ ਉਹ ਸੁਨਸਾਨ ਪਈ ਬਿਲਡਿੰਗ ਦੇ ਵਿੱਚ ਆਪਣੇ ਆਪ ਨੂੰ ਬੰਨਿਆ ਹੋਇਆ ਪਾਉਂਦੀ ਹੈ। ਫਿਰ ਹਿਊਗ ਉਸ ਤੋਂ ਮਾਫੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ, ਲੇਕਿਨ ਮੈਨੂੰ ਸਮਝਾਉਣ ਲਈ ਇੱਕ ਮੌਕਾ ਚਾਹੀਦਾ ਹੈ। ਹਿਊਗ ਉਸ ਨੂੰ ਦੱਸਦਾ ਹੈ ਕਿ ਉਹਦੇ ਉੱਤੇ ਇੱਕ ਸ਼ਰਾਪ ਹੈ ਜਿਸ ਵਿੱਚ ਇੱਕ ਅਣਦੇਖੀ ਤਾਕਤ ਉਸ ਦਾ ਪਿੱਛਾ ਕਰਦੀ ਹੈ, ਲੇਕਿਨ ਹੁਣ ਉਹ ਸ਼ਰਾਪ ਮੇਰੇ ਤੋਂ ਹਟ ਕੇ ਤੈਨੂੰ ਲੱਗ ਗਿਆ ਹੈ। ਹੁਣ ਉਹ ਤਾਕਤ ਤੇਰਾ ਪਿੱਛਾ ਕਰੇਗੀ। ਜੇਕਰ ਉਸ ਤਾਕਤ ਨੇ ਤੈਨੂੰ ਫੜ ਲਿਆ ਤਾਂ ਉਹ ਤੈਨੂੰ ਉਸੇ ਵੇਲੇ ਮਾਰ ਦੇਗੀ। ਉਹ ਬਲਾ ਕਿਸੇ ਦਾ ਵੀ ਰੂਪ ਲੈ ਸਕਦੀ ਹੈ। ਇਹ ਗੱਲ ਸੁਣ ਕੇ ਜੈ ਡਰ ਜਾਂਦੀ ਹੈ ਤੇ ਚਿল্ਲਾਣ ਲੱਗਦੀ ਹੈ। ਹਿਊਗ ਦੀ ਗੱਲਾਂ ਉਸ ਨੂੰ ਬਹੁਤੀ ਸਮਝ ਨਹੀਂ ਲੱਗ ਰਹੀਆਂ ਹੁੰਦੀਆਂ। ਫਿਰ ਹਿਊਗ ਉਸ ਨੂੰ ਬਿਲਡਿੰਗ ਦੇ ਕਿਨਾਰੇ ਲੈ ਕੇ ਜਾਂਦਾ ਹੈ ਅਤੇ ਵਿਖਾਉਂਦਾ ਹੈ ਕਿ ਉਹ ਬਲਾ ਉਸੇ ਵੱਲ ਆ ਰਹੀ ਹੈ। ਜੈ ਨੂੰ ਇੱਕ ਜਨਾਨੀ ਉਸੇ ਵੱਲ ਆਂਦੀ ਹੋਈ ਵਿਖਾਈ ਦਿੰਦੀ ਹੈ। ਫਿਰ ਹਿਊਗ ਕਹਿੰਦਾ ਹੈ ਕਿ ਜੇ ਤੂੰ ਇਸ ਬਲਾ ਤੋਂ ਬਚਣਾ ਚਾਹੁੰਦੀ ਹੈ ਤੇ ਤੈਨੂੰ ਕਿਸੇ ਨਾਲ ਸੈਕਸ ਕਰਨਾ ਪਏਗਾ, ਫਿਰ ਇਹ ਸ਼ਰਾਪ ਉਸ ਨੂੰ ਲੱਗ ਜਾਏਗਾ। ਜੇਕਰ ਉਸ ਬਲਾ ਨੇ ਉਸ ਨੂੰ ਵੀ ਮਾਰ ਦਿੱਤਾ ਤਾਂ ਫਿਰ ਤੋਂ ਇਹ ਬਲਾ ਤੇਰਾ ਪਿੱਛਾ ਕਰੇਗੀ। ਇਹ ਸੁਣ ਕੇ ਜੈ ਬਹੁਤ ਡਰ ਜਾਂਦੀ ਹੈ ਅਤੇ ਰੋਣ ਲੱਗਦੀ ਹੈ। ਫਿਰ ਹਿਊਗ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਵਾਪਸ ਲੈ ਜਾਂਦਾ ਹੈ। ਉੱਥੇ ਜੈ ਦੇ ਘਰ ਉਸ ਦੀ ਭੈਣ ਆਪਣੇ ਦੋਸਤਾਂ ਨਾਲ ਤਾਸ਼ ਖੇਡ ਰਹੀ ਹੁੰਦੀ ਹੈ। ਫਿਰ ਉਹ ਵੇਖਦੀ ਹੈ ਕਿ ਇੱਕ ਕਾਰ ਉਸ ਦੀ ਭੈਣ ਨੂੰ ਸੜਕ ਦੇ ਵਿੱਚ ਹੀ ਸੁੱਟ ਕੇ ਚਲੀ ਗਈ ਹੈ। ਫਿਰ ਉਹ ਪੁਲਿਸ ਨੂੰ ਫੋਨ ਕਰਦੇ ਹਨ ਅਤੇ ਆਪਣੀ ਭੈਣ ਨੂੰ ਸੰਭਾਲਦੇ ਹਨ। ਜੈ ਕਾਫੀ ਪਰੇਸ਼ਾਨ ਹੁੰਦੀ ਹੈ। ਪੁਲਿਸ ਉਸ ਤੋਂ ਪੁੱਛਦੀ ਹੈ ਕਿ ਤੇਰੇ ਨਾਲ ਕੀ ਹੋਇਆ, ਤਾਂ ਉਹ ਪੁਲਿਸ ਨੂੰ ਸਾਰੀ ਗੱਲ ਦੱਸ ਦਿੰਦੀ ਹੈ। ਅਗਲੇ ਦਿਨ ਪੁਲਿਸ ਹਿਊਗ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਉਹ ਉਹਨਾਂ ਨੂੰ ਕਿਤੇ ਵੀ ਨਹੀਂ ਮਿਲਦਾ ਕਿਉਂਕਿ ਉਸਨੇ ਕਦੇ ਵੀ ਆਪਣਾ ਸਹੀ ਨਾਮ ਪਤਾ ਦੱਸਿਆ ਹੀ ਨਹੀਂ ਸੀ। ਕੁਝ ਦਿਨ ਬੀਤ ਜਾਂਦੇ ਹਨ ਅਤੇ ਜੈ ਹੁਣੇ ਵੀ ਸੋਚ ਰਹੀ ਹੁੰਦੀ ਹੈ ਕਿ ਉਸ ਦੇ ਨਾਲ ਆਖਿਰ ਹੋਇਆ ਕੀ ਹੈ। ਇੱਕ ਦਿਨ ਜੈ ਆਪਣੇ ਬਾਥਰੂਮ ਦੇ ਵਿੱਚ ਹੁੰਦੀ ਹੈ। ਉਦੋਂ ਹੀ ਇੱਕ ਬੋਲ ਆ ਕੇ ਉਸਦੇ ਸ਼ੀਸ਼ੇ ਤੇ ਲੱਗਦੀ ਹੈ ਜਿਸ ਤੋਂ ਜੈ ਡਰ ਜਾਂਦੀ ਹੈ। ਉਸਦੇ ਬਾਥਰੂਮ ਦੀ ਖਿੜਕੀ ਦੇ ਬਾਹਰ ਉਹਨਾਂ ਦਾ ਗੁਆਂਢੀ ਮੁੰਡਾ ਹੁੰਦਾ ਹੈ ਜੋ ਉਸ ਨੂੰ ਛੁਪ-ਛੁਪ ਕੇ ਵੇਖ ਰਿਹਾ ਹੁੰਦਾ ਹੈ, ਲੇਕਿਨ ਜੈ ਉਸ ਨੂੰ ਨਹੀਂ ਵੇਖ ਪਾਉਂਦੀ। ਫਿਰ ਉਸ ਤੋਂ ਬਾਅਦ ਉਹ ਆਪਣੀ ਕਲਾਸ ਦੇ ਵਿੱਚ ਬੈਠੀ ਹੁੰਦੀ ਹੈ। ਉੱਥੇ ਉਸ ਦੀ ਨਜ਼ਰ ਇੱਕ ਬੁੱਢੀ ਔਰਤ ਤੇ ਪੈਂਦੀ ਹੈ ਜੋ ਉਸੇ ਵੱਲ ਆ ਰਹੀ ਸੀ। ਉਸ ਜਨਾਨੀ ਨੂੰ ਅੱਜ ਤੋਂ ਪਹਿਲਾਂ ਉਸਨੇ ਕਦੇ ਨਹੀਂ ਵੇਖਿਆ ਸੀ ਅਤੇ ਉਸ ਨੂੰ ਉਸ ਦੇ ਇਲਾਵਾ ਕੋਈ ਹੋਰ ਵੇਖ ਵੀ ਨਹੀਂ ਪਾ ਰਿਹਾ ਸੀ। ਫਿਰ ਜੈ ਨੂੰ ਹਿਊਗ ਦੀ ਕਹੀ ਹੋਈ ਗੱਲਾਂ ਯਾਦ ਆਉਂਦੀ ਹੈ ਅਤੇ ਉਹ ਕਲਾਸ ਤੋਂ ਨੱਸ ਜਾਂਦੀ ਹੈ। ਉਹ ਬੁੱਢੀ ਜਨਾਨੀ ਉਸ ਦਾ ਕਾਲਜ ਦੇ ਅੰਦਰ ਵੀ ਪਿੱਛਾ ਕਰ ਰਹੀ ਹੁੰਦੀ ਹੈ। ਫਿਰ ਜੈ ਨੂੰ ਪਤਾ ਚੱਲ ਜਾਂਦਾ ਹੈ ਕਿ ਉਹ ਜਨਾਨੀ ਸਿਰਫ ਉਸ ਨੂੰ ਹੀ ਵੇਖ ਰਹੀ ਹੈ। ਫਿਰ ਜੈ ਉੱਥੋਂ ਭੱਜ ਜਾਂਦੀ ਹੈ ਅਤੇ ਆਪਣੀ ਕਾਰ ਦੇ ਵਿੱਚ ਬੈਠ ਕੇ ਇੱਕ ਆਈਸਕ੍ਰੀਮ ਸ਼ਾਪ ਤੇ ਜਾਂਦੀ ਹੈ ਜਿੱਥੇ ਕੈਲੀ ਅਤੇ ਪੋਲ ਕੰਮ ਕਰਿਆ ਕਰਦੇ ਸੀ। ਫਿਰ ਉਹ ਕੈਲੀ ਅਤੇ ਪੋਲ ਨੂੰ ਆਪਣੀ ਸਾਰੀ ਗੱਲਾਂ ਦੱਸਦੀ ਹੈ ਜੋ ਹਿਊਗ ਨੇ ਉਸ ਨੂੰ ਦੱਸੀਆਂ ਸੀ। ਉਸ ਦੀਆਂ ਗੱਲਾਂ ਸੁਣ ਕੇ ਉਸ ਦੀ ਸਿਸਟਰ ਨੂੰ ਉਸ ਤੇ ਵਿਸ਼ਵਾਸ ਨਹੀਂ ਹੁੰਦਾ, ਲੇਕਿਨ ਪੋਲ ਉਸ ਨੂੰ ਆਪਣੇ ਘਰ ਇਨਵਾਈਟ ਕਰਦਾ ਹੈ ਅਤੇ ਕਹਿੰਦਾ ਹੈ ਕਿ ਅੱਜ ਰਾਤ ਤੁਸੀਂ ਮੇਰੇ ਘਰ ਰੁਕ ਸਕਦੇ ਹੋ
ਤਾਂ ਕਿ ਮੈਂ ਤੁਹਾਡਾ ਖਿਆਲ ਰੱਖ ਸਕਾਂ। ਰਾਤ ਨੂੰ ਜੈ ਆਪਣੇ ਕਮਰੇ ਵਿੱਚ ਸੌ ਨਹੀਂ ਪਾਉਂਦੀ, ਇਸ ਲਈ ਉਹ ਪੋਲ ਦੇ ਰੂਮ ਵਿੱਚ ਗੱਲਾਂ ਕਰਨ ਆ ਜਾਂਦੀ ਹੈ। ਉਸ ਨੂੰ ਘਬਰਾਈ ਹੋਈ ਵੇਖ ਕੇ ਪੋਲ ਉਸ ਨੂੰ ਤਸੱਲੀ ਦਿੰਦਾ ਹੈ। ਉਹ ਦੋਨੋਂ ਗੱਲਾਂ ਕਰ ਰਹੇ ਹੁੰਦੇ ਹਨ। ਫਿਰ ਅਚਾਨਕ ਉਹਨਾਂ ਨੂੰ ਰਸੋਈ ਦੀ ਵਿੰਡੋ ਦਾ ਸ਼ੀਸ਼ਾ ਟੁੱਟਣ ਦੀ ਆਵਾਜ਼ ਆਉਂਦੀ ਹੈ। ਜਦੋਂ ਪੋਲ ਕਿਚਨ ਦੇ ਵਿੱਚ ਚੈੱਕ ਕਰਨ ਜਾਂਦਾ ਹੈ ਤਾਂ ਉਸ ਨੂੰ ਉੱਥੇ ਕੋਈ ਵੀ ਵਿਖਾਈ ਨਹੀਂ ਦਿੰਦਾ। ਫਿਰ ਉਹ ਜੈ ਨੂੰ ਉੱਥੇ ਇਕੱਲੀ ਛੱਡ ਕੇ ਉਸ ਦੀ ਭੈਣ ਕੇਲੀ ਨੂੰ ਸੰਭਾਲਣ ਜਾਂਦਾ ਹੈ। ਜੈ ਘਬਰਾਈ ਹੋਈ ਕਿਚਨ ਵੱਲ ਜਾਂਦੀ ਹੈ ਅਤੇ ਵੇਖਦੀ ਹੈ ਕਿ ਰਸੋਈ ਵਿੱਚ ਖੜੀ ਇੱਕ ਬਲਾਂ ਉਸ ਨੂੰ ਵੇਖ ਰਹੀ ਹੈ। ਉਸ ਨੂੰ ਵੇਖ ਕੇ ਉਹ ਬੜੀ ਜ਼ੋਰ ਦੀ ਚੀਕ ਮਾਰਦੀ ਹੈ ਅਤੇ ਭੱਜ ਕੇ ਉਹ ਆਪਣੇ ਕਮਰੇ ਵਿੱਚ ਜਾਂਦੀ ਹੈ ਅਤੇ ਗੇਟ ਨੂੰ ਬੰਦ ਕਰ ਦਿੰਦੀ ਹੈ। ਕੈਲੀ ਅਤੇ ਪੋਲ ਕਹਿੰਦੇ ਆ ਕਿ ਬਾਹਰ ਕੋਈ ਵੀ ਨਹੀਂ ਹੈ। ਫਿਰ ਜੈ ਬੂਹਾ ਖੋਲ ਦਿੰਦੀ ਹੈ। ਇੰਨੀ ਦੇਰ ਵਿੱਚ ਯਾਰਾ ਉੱਥੇ ਆ ਜਾਂਦੀ ਹੈ ਅਤੇ ਗੇਟ ਖੋਲਣ ਲਈ ਕਹਿੰਦੀ ਹੈ, ਲੇਕਿਨ ਜੈ ਆਪਣੀ ਭੈਣ ਨੂੰ ਗੇਟ ਖੋਲਣ ਲਈ ਮਨਾ ਕਰਦੀ ਹੈ। ਉਸਦੇ ਲੱਖ ਰੋਕਣ ਤੋਂ ਬਾਅਦ ਵੀ ਕੈਲੀ ਬੂਹਾ ਖੋਲ ਦਿੰਦੀ ਹੈ ਅਤੇ ਬਾਹਰ ਯਾਰਾ ਨੂੰ ਵੇਖ ਕੇ ਜੈ ਸ਼ਾਂਤ ਹੋ ਜਾਂਦੀ ਹੈ। ਲੇਕਿਨ ਅਚਾਨਕ ਤੋਂ ਯਾਰਾ ਦੇ ਪਿੱਛੇ ਇੱਕ ਵੱਡੀ ਸਾਰੀ ਬਲਾਂ ਆ ਜਾਂਦੀ ਹੈ ਅਤੇ ਜੈ ਉਸ ਨੂੰ ਵੇਖ ਕੇ ਡਰ ਜਾਂਦੀ ਹੈ ਅਤੇ ਚਿল্ਲਾਉਣ ਲੱਗਦੀ ਹੈ। ਫਿਰ ਜੈ ਬਾਲਕੋਨੀ ਤੋਂ ਛਾਲ ਮਾਰ ਕੇ ਥੱਲੇ ਚਲੀ ਜਾਂਦੀ ਹੈ ਅਤੇ ਸਾਈਕਲ ਲੈ ਕੇ ਉੱਥੋਂ ਭੱਜ ਜਾਂਦੀ ਹੈ। ਉਸ ਨੂੰ ਜਾਂਦੀ ਨੂੰ ਗ੍ਰੈਗ ਵੇਖ ਲੈਂਦਾ ਹੈ। ਉਸਦੇ ਪਿੱਛੇ ਉਸਦੇ ਦੋਸਤ ਉਸ ਨੂੰ ਆਵਾਜ਼ ਦੇ ਰਹੇ ਹੁੰਦੇ ਆ। ਫਿਰ ਜੈ ਇੱਕ ਖਾਲੀ ਮੈਦਾਨ ਦੇ ਵਿੱਚ ਚਲੀ ਜਾਂਦੀ ਹੈ ਅਤੇ ਚੁੱਲ੍ਹੇ ਦੇ ਉੱਤੇ ਬੈਠ ਕੇ ਆਸੇ-ਪਾਸੇ ਵੇਖਣ ਲੱਗ ਜਾਂਦੀ ਹੈ। ਫਿਰ ਉਸ ਨੂੰ ਸਾਹਮਣੇ ਪੇੜਾਂ ਦੇ ਵਿੱਚ ਕੁਝ ਹਲਚਲ ਜਿਹੀ ਵਿਖਾਈ ਦਿੰਦੀ ਹੈ। ਫਿਰ ਉੱਥੇ ਉਸਦੇ ਦੋਸਤ ਆ ਜਾਂਦੇ ਹਨ ਅਤੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਉਹਨਾਂ ਪੇੜਾਂ ਦੇ ਵਿੱਚੋਂ ਹੋ ਕੇ ਗ੍ਰੈਗ ਉੱਥੇ ਆਂਦਾ ਹੈ ਅਤੇ ਕਹਿੰਦਾ ਹੈ ਕਿ ਕੀ ਗੱਲ ਹੋ ਗਈ, ਤੁਸੀਂ ਇੰਨੀ ਰਾਤ ਨੂੰ ਇੱਥੇ ਕੀ ਕਰ ਰਹੇ ਹੋ। ਜੇ ਕਹਿੰਦੀ ਹੈ ਕਿ ਇਹ ਜਾਣਨ ਵਾਸਤੇ ਸਾਨੂੰ ਹਿਊਕ ਨੂੰ ਲੱਭਣਾ ਪਏਗਾ। ਫਿਰ ਗ੍ਰੈਗ ਕਹਿੰਦਾ ਹੈ ਕਿ ਉਸ ਨੂੰ ਲੱਭਣ ਲਈ ਮੈਂ ਤੁਹਾਡੀ ਮਦਦ ਕਰਾਂਗਾ। ਫਿਰ ਉਹ ਸਾਰੇ ਇਕੱਠਾ ਹੋ ਕੇ ਹਿਊਕ ਦੇ ਘਰੇ ਜਾਂਦੇ ਹਨ। ਜਦੋਂ ਉਹ ਉਸਦੇ ਘਰ ਦੇ ਅੰਦਰ ਜਾ ਕੇ ਵੇਖਦੇ ਹਨ ਤਾਂ ਉਹ ਖਾਲੀ ਪਿਆ ਸੀ। ਉਹ ਘਰ ਬਹੁਤ ਟਾਈਮ ਤੋਂ ਬੰਦ ਪਿਆ ਸੀ। ਉਸ ਘਰ ਦਾ ਐਡਰੈਸ ਉਸਨੇ ਉਦੋਂ ਦਿੱਤਾ ਸੀ ਜਦੋਂ ਉਹ ਡੇਟ ਕਰ ਰਹੀ ਸੀ, ਲੇਕਿਨ ਫਿਰ ਵੀ ਉਹ ਉਸ ਘਰ ਦੀ ਤਲਾਸ਼ੀ ਲੈਣ ਲੱਗਦੇ ਹਨ, ਇਹ ਸੋਚ ਕੇ ਕਿ ਸ਼ਾਇਦ ਉਹਨਾਂ ਨੂੰ ਕੋਈ ਨਾ ਕੋਈ ਸੁਰਾਗ ਮਿਲ ਜਾਏ ਜਿਸ ਤੋਂ ਉਹ ਹਿਊਕ ਨੂੰ ਲੱਭ ਸਕਣ। ਉੱਥੇ ਪੋਲ ਨੂੰ ਇੱਕ ਫੋਟੋ ਮਿਲਦੀ ਹੈ ਜਿਸ ਵਿੱਚ ਹਿਊਕ ਇੱਕ ਕੁੜੀ ਨਾਲ ਹੁੰਦਾ ਹੈ। ਉਹ ਉਹਨਾਂ ਦੀ ਡਰੈਸ ਵੇਖ ਕੇ ਪਛਾਣ ਜਾਂਦੇ ਹਨ ਕਿ ਉਹ ਕਿਹੜੇ ਸਕੂਲ ਦੀ ਡਰੈਸ ਹੈ। ਫਿਰ ਉਹ ਜਦੋਂ ਉਹ ਸਕੂਲ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਹਿਊਕ ਦਾ ਅਸਲੀ ਨਾਮ ਜੈਫ ਰੈਡਮੈਨ ਹੈ। ਕੈਲੀ ਕਹਿੰਦੀ ਹੈ ਕਿ ਇਹ ਗੱਲ ਉਹਨਾਂ ਨੂੰ ਪੁਲਿਸ ਨੂੰ ਦੱਸਣੀ ਚਾਹੀਦੀ ਹੈ, ਲੇਕਿਨ ਜੈ ਕਹਿੰਦੀ ਹੈ ਕਿ ਨਹੀਂ, ਸਾਨੂੰ ਖੁਦ ਜਾ ਕੇ ਉਸ ਤੋਂ ਮਿਲਣਾ ਚਾਹੀਦਾ ਹੈ। ਉਸ ਤੋਂ ਬਾਅਦ ਉਹ ਸਾਰੇ ਹਿਊਕ ਦੇ ਅਸਲੀ ਐਡਰੈਸ ਤੇ ਜਾਂਦੇ ਹਨ। ਉਸ ਦੀ ਮੋਮ ਗੇਟ ਖੋਲਦੀ ਹੈ। ਉੱਥੇ ਹਿਊਕ ਮਿਲ ਜਾਂਦਾ ਹੈ ਅਤੇ ਆਪਣੇ ਕਿਤੇ ਦੀ ਮਾਫੀ ਮੰਗਦਾ ਹੈ। ਫਿਰ ਹਿਊਕ ਦੱਸਦਾ ਹੈ ਕਿ ਮੈਨੂੰ ਇਹ ਸ਼ਰਾਪ ਉਦੋਂ ਮਿਲਿਆ ਸੀ ਜਦੋਂ ਮੈਂ ਇੱਕ ਬਾਰ ਗਰਲ ਦੇ ਨਾਲ ਸੈਕਸ ਕੀਤਾ ਸੀ। ਹਿਊਕ ਕਹਿੰਦਾ ਹੈ ਕਿ ਇਹ ਗੱਲ ਬਿਲਕੁਲ ਸਹੀ ਹੈ ਤੇ ਤੈਨੂੰ ਵੀ ਸੈਕਸ ਕਰਕੇ ਇਹ ਸ਼ਰਾਪ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ ਹੈ, ਲੇਕਿਨ ਜੈ ਦੇ ਦੋਸਤ ਇਹ ਸੁਣ ਕੇ ਖੁਸ਼ ਨਹੀਂ ਹੁੰਦੇ। ਉਸ ਤੋਂ ਬਾਅਦ ਗ੍ਰੈਗ ਸਭ ਨੂੰ ਆਪਣੇ ਲੇਕ ਹਾਊਸ ਤੇ ਲੈ ਜਾਂਦਾ ਹੈ। ਜਦੋਂ ਜੈ ਉੱਥੇ ਸੋ ਰਹੀ ਹੁੰਦੀ ਹੈ ਤਾਂ ਪੋਲ ਜਾ ਕੇ ਉਸ ਦਾ ਖਿਆਲ ਰੱਖਦਾ ਹੈ। ਉਸ ਵੇਲੇ ਉਹ ਕਿਤਾਬ ਪੜ੍ਹ ਰਿਹਾ ਹੁੰਦਾ ਹੈ ਅਤੇ ਉਸੇ ਸ਼ਰਾਬ ਬਾਰੇ ਸੋਚ ਰਿਹਾ ਹੁੰਦਾ ਹੈ। ਹੁਣ ਥੋੜਾ ਸਮਾਂ ਬੀਤਦਾ ਹੈ ਅਤੇ ਗ੍ਰੈਗ ਜੈ ਨੂੰ ਗਨ ਚਲਾਉਣਾ ਸਿਖਾਉਂਦਾ ਹੈ। ਇੱਕ ਦਿਨ ਜੈ ਆਪਣੇ ਦੋਸਤਾਂ ਦੇ ਨਾਲ ਸਮੁੰਦਰ ਦੇ ਕਿਨਾਰੇ ਬੈਠੀ ਹੁੰਦੀ ਹੈ। ਫਿਰ ਉਹੀ ਬਲਾਂ ਯਾਰਾ ਦਾ ਪੇਚ ਬਦਲ ਕੇ ਉੱਥੇ ਆ ਜਾਂਦੀ ਹੈ ਅਤੇ ਜੈ ਦੇ ਉੱਤੇ ਹਮਲਾ ਕਰ ਦਿੰਦੀ ਹੈ। ਪੋਲ ਉਸ ਤਾਕਤ ਨੂੰ ਨਹੀਂ ਵੇਖ ਪਾ ਰਿਹਾ ਸੀ, ਲੇਕਿਨ ਫਿਰ ਵੀ ਉਹ ਅੰਦਾਜ਼ਾ ਲਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਜੈ ਤਾਂ ਬਚ ਜਾਂਦੀ ਹੈ, ਲੇਕਿਨ ਉਹ ਤਾਕਤ ਪੋਲ ਨੂੰ ਦੂਰ ਸੁੱਟ ਦਿੰਦੀ ਹੈ। ਫਿਰ ਸਾਰੇ ਜਣੇ ਭੱਜ ਕੇ ਇੱਕ ਕਮਰੇ ਵਿੱਚ ਜਾਂਦੇ ਹਨ ਅਤੇ ਉਹ ਤਾਕਤ ਵੀ ਜੈ ਵੱਲ ਵਧ ਰਹੀ ਹੁੰਦੀ ਹੈ। ਫਿਰ ਜੈ ਉਸ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇੱਕ ਗੋਲੀ ਉਸ ਨੂੰ ਲੱਗ ਵੀ ਜਾਂਦੀ ਹੈ ਤੇ ਉਹ ਥੱਲੇ ਡਿੱਗ ਜਾਂਦੀ ਹੈ, ਲੇਕਿਨ ਅਗਲੇ ਹੀ ਪਲ ਉਹ ਵਾਪਸ ਖੜੀ ਹੋ ਜਾਂਦੀ ਹੈ। ਉਸ ਨੂੰ ਕੋਈ ਚੋਟ ਵੀ ਨਹੀਂ ਲੱਗੀ ਸੀ। ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਉਸ ਤਾਕਤ ਨੂੰ ਗਨ ਨਾਲ ਨਹੀਂ ਮਾਰ ਸਕਦਾ। ਹੁਣ ਜੈ ਬੂਹਾ ਬੰਦ ਕਰ ਲੈਂਦੀ ਹੈ ਅਤੇ ਪਿੱਛੇ ਹੋ ਜਾਂਦੀ ਹੈ। ਉਹ ਬਲਾਂ ਬੂਹਾ ਇੰਨੀ ਜ਼ੋਰ ਦੀ ਖੜਕਾਉਂਦੀ ਹੈ ਕਿ ਬੂਹੇ ਦੇ ਪਰਖੱਚੇ ਉੱਡ ਜਾਂਦੇ ਹਨ। ਜੈ ਉਸ ਗੇਟ ਵੱਲ ਵੇਖ ਰਹੀ ਹੁੰਦੀ ਹੈ ਅਤੇ ਉਸ ਬਲਾਂ ਦਾ ਅੰਦਰ ਆਉਣ ਦਾ ਇੰਤਜ਼ਾਰ ਕਰਦੀ ਹੈ, ਲੇਕਿਨ ਉਸ ਬਲਾਂ ਦੀ ਜਗ੍ਹਾ ਤੇ ਗ੍ਰੈਗ ਅੰਦਰ ਝਾਕਦਾ ਹੈ। ਗ੍ਰੈਗ ਨੂੰ ਹੁਣੇ ਵੀ ਉਸ ਬਲਾਂ ਤੇ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਜਦੋਂ ਉਸਨੇ ਜੈ ਦੇ ਉੱਤੇ ਹਮਲਾ ਕੀਤਾ ਸੀ ਉਹ ਉੱਥੇ ਨਹੀਂ ਸੀ। ਫਿਰ ਗ੍ਰੈਗ ਉੱਥੋਂ ਚਲਾ ਜਾਂਦਾ ਹੈ ਅਤੇ ਜੈ ਅੱਗੇ ਆ ਕੇ ਬਾਹਰ ਝਾਕਣ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਉਹ ਬਲਾਂ ਫਿਰ ਆ ਜਾਂਦੀ ਹੈ। ਹੁਣ ਉਸਨੇ ਉਸਦੇ ਗਵਾਂਢੀ ਮੁੰਡੇ ਦਾ ਪੇਚ ਬਦਲਿਆ ਹੁੰਦਾ ਹੈ। ਫਿਰ ਜੈ ਦੂਜੇ ਬੂਹੇ ਤੋਂ ਨਿਕਲ ਕੇ ਉੱਥੋਂ ਭੱਜ ਜਾਂਦੀ ਹੈ। ਉਹ ਬਲਾਂ ਹੁਣ ਵੀ ਉਸ ਦਾ ਪਿੱਛਾ ਕਰ ਰਹੀ ਹੁੰਦੀ ਹੈ, ਲੇਕਿਨ ਜੈ ਡਰ ਕੇ ਆਪਣੀ ਕਾਰ ਨੂੰ ਮੱਕੀ ਦੇ ਖੇਤ ਵਿੱਚ ਵਾੜ ਦਿੰਦੀ ਹੈ। ਜਦੋਂ ਜੈ ਨੂੰ ਹੋਸ਼ ਆਉਂਦਾ ਹੈ ਤਾਂ ਉਹ ਆਪਣੇ ਆਪ ਨੂੰ ਹਸਪੀਟਲ ਦੇ ਅੰਦਰ ਵੇਖਦੀ ਹੈ। ਉਹ ਵੇਖਦੀ ਹੈ ਕਿ ਉਸ ਦਾ ਇੱਕ ਹੱਥ ਟੁੱਟ ਗਿਆ ਹੈ। ਉਸਦੇ ਦੋਸਤ ਉਸਦੇ ਕੋਲ ਹੀ ਸੁੱਤੇ ਪਏ ਹੁੰਦੇ ਹਨ। ਉਸ ਨੂੰ ਫਿਰ ਤੋਂ ਕਿਸੇ ਦੇ ਆਉਣ ਦਾ ਸ਼ੱਕ ਹੁੰਦਾ ਹੈ। ਉਹ ਸੋਚਦੀ ਹੈ ਕਿ ਉਹ ਬਲਾਂ ਫਿਰ ਤੋਂ ਆ ਗਈ ਹੈ, ਲੇਕਿਨ ਉੱਥੋਂ ਕੋਈ ਨਰਸ ਅੱਗੇ ਚਲੀ ਜਾਂਦੀ ਹੈ। ਇਹ ਦੇਖ ਜੈ ਰਿਲੈਕਸ ਹੋ ਜਾਂਦੀ ਹੈ। ਫਿਰ ਉਹ ਆਪਣਾ ਸ਼ਰਾਬ ਕਿਸੇ ਹੋਰ ਨੂੰ ਦੇਣ ਦੀ ਸੋਚਦੀ ਹੈ। ਫਿਰ ਉਸ ਰਾਤ ਜੈ ਆਪਣਾ ਸ਼ਰਾਬ ਗ੍ਰੈਗ ਨੂੰ ਟ੍ਰਾਂਸਫਰ ਕਰ ਦਿੰਦੀ ਹੈ। ਹੁਣ ਕਈ ਦਿਨ ਬੀਤ ਜਾਂਦੇ ਹਨ ਅਤੇ ਗ੍ਰੈਗ ਨੂੰ ਅੱਜ ਤੱਕ ਉਹ ਬਲਾ ਕਿਤੇ ਵੀ ਨਹੀਂ ਵਿਖੀ। ਹੁਣ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਗੱਲ ਬਿਲਕੁਲ ਝੂਠ ਹੈ, ਲੇਕਿਨ ਜੈ ਹੁਣੇ ਵੀ ਸਦਮੇ ਵਿੱਚ ਹੁੰਦੀ ਹੈ। ਉਹ ਹਰ ਵੇਲੇ ਉਸੇ ਬਲਾਂ ਬਾਰੇ ਸੋਚਦੀ ਹੈ। ਇੱਕ ਰਾਤ ਉਹ ਸੋਚਦੀ ਹੈ ਕਿ ਸ਼ਾਇਦ ਉਹ ਬਲਾਂ ਫਿਰ ਤੋਂ ਵਾਪਸ ਆਏਗੀ, ਇਸ ਲਈ ਉਹ ਆਪਣੇ ਕਮਰੇ ਦੀ ਖਿੜਕੀ ਤੋਂ ਗ੍ਰੈਗ ਦੇ ਘਰ ਦੇ ਉੱਤੇ ਨਜ਼ਰ ਰੱਖਦੀ ਹੈ। ਫਿਰ ਉਸੇ ਵੇਲੇ ਉਹ ਇੱਕ ਬੰਦੇ ਨੂੰ ਗ੍ਰੈਗ ਦੇ ਘਰ ਵੱਲ ਜਾਂਦੀ ਵੇਖਦੀ ਹੈ।
ਉਹ ਬੰਦਾ ਗ੍ਰੈਗ ਦੇ ਘਰ ਦੀ ਵਿੰਡੋ ਤੋੜਦਾ ਹੈ ਅਤੇ ਘਰ ਦੇ ਅੰਦਰ ਚਲਾ ਜਾਂਦਾ ਹੈ। ਫਿਰ ਜੈ ਗ੍ਰੈਗ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉਹ ਫੋਨ ਨਹੀਂ ਚੁੱਕਦਾ। ਫਿਰ ਉਹ ਆਪ ਭੱਜ ਕੇ ਉਸਦੇ ਘਰ ਵੱਲ ਜਾਂਦੀ ਹੈ। ਉਹ ਗ੍ਰੈਗ ਦੇ ਘਰ ਦੇ ਅੰਦਰ ਵੜਨ ਵਿੱਚ ਕਾਮਯਾਬ ਹੋ ਜਾਂਦੀ ਹੈ। ਉਹ ਉਸ ਬਲਾ ਨੂੰ ਵੇਖ ਲੈਂਦੀ ਹੈ। ਉਸ ਬਲਾ ਨੇ ਉਸ ਵੇਲੇ ਗ੍ਰੈਗ ਦੀ ਮਾਂ ਦਾ ਰੂਪ ਲਿੱਤਾ ਹੋਇਆ ਸੀ। ਇਸ ਤੋਂ ਪਹਿਲੇ ਜੈ ਕੁਝ ਕਰ ਪਾਉਂਦੀ, ਉਹ ਬਲਾ ਗ੍ਰੈਗ ਨੂੰ ਮਾਰ ਦਿੰਦੀ ਹੈ। ਹੁਣ ਜੈ ਸਮਝ ਜਾਂਦੀ ਹੈ ਕਿ ਉਹ ਬਲਾ ਹੁਣ ਫਿਰ ਤੋਂ ਉਸਦੇ ਪਿੱਛੇ ਲੱਗ ਜਾਏਗੀ। ਇਸ ਲਈ ਹੁਣ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਦੀ ਹੈ। ਹੁਣ ਜੈ ਕਾਫੀ ਡਰੀ ਹੋਈ ਸੀ ਅਤੇ ਸਦਮੇ ਵਿੱਚ ਸੀ। ਉਹ ਆਪਣੀ ਕਾਰ ਲੈ ਕੇ ਇੱਕ ਸੁਨਸਾਨ ਜਗ੍ਹਾ ਤੇ ਜਾਂਦੀ ਹੈ ਅਤੇ ਰਾਤ ਉੱਥੇ ਹੀ ਸੌਂਦੀ ਹੈ। ਜਦੋਂ ਸਵੇਰ ਹੋਣ ਤੇ ਉਹ ਉੱਠਦੀ ਹੈ ਤਾਂ ਥੋੜੀ ਹੀ ਦੂਰ ਕੁਝ ਮੁੰਡਿਆਂ ਨੂੰ ਬੋਟ ਦੇ ਉੱਤੇ ਵੇਖਦੀ ਹੈ। ਫਿਰ ਉਹ ਆਪਣੇ ਕੱਪੜੇ ਉਤਾਰਦੀ ਹੈ ਅਤੇ ਸਵਿਮਿੰਗ ਸੂਟ ਦੇ ਵਿੱਚ ਉਹਨਾਂ ਮੁੰਡਿਆਂ ਵੱਲ ਜਾਣ ਲੱਗ ਜਾਂਦੀ ਹੈ। ਇਸ ਦਾ ਮਤਲਬ ਉਹ ਆਪਣਾ ਸ਼ਰਾਬ ਉਹਨਾਂ ਮੁੰਡਿਆਂ ਨੂੰ ਦੇ ਆਈ ਸੀ। ਹੁਣ ਉਹ ਪੌਲ ਦੇ ਘਰ ਜਾਂਦੀ ਹੈ ਅਤੇ ਪੌਲ ਉਸ ਨੂੰ ਕਹਿੰਦਾ ਹੈ ਕਿ ਉਹ ਉਸਦਾ ਸ਼ਰਾਬ ਲੈਣ ਨੂੰ ਤਿਆਰ ਹੈ, ਲੇਕਿਨ ਜੇ ਉਸ ਨੂੰ ਇਸ ਤਰ੍ਹਾਂ ਕਰਨ ਲਈ ਮਨਾ ਕਰ ਦਿੰਦੀ ਹੈ। ਪੌਲ ਕਹਿੰਦਾ ਹੈ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ, ਤੈਨੂੰ ਗ੍ਰੈਗ ਨਾਲ ਸੈਕਸ ਨਹੀਂ ਕਰਨਾ ਚਾਹੀਦਾ ਸੀ। ਜੈ ਕਹਿੰਦੀ ਹੈ ਕਿ ਉਹ ਨੀਡਰ ਸੀ, ਇਸ ਲਈ ਮੈਂ ਉਸ ਨੂੰ ਇਹ ਸ਼ਰਾਬ ਦੇ ਦਿੱਤਾ। ਲੇਕਿਨ ਜੈ ਹੁਣ ਆਪਣੇ ਕੀਤੇ ਤੇ ਕਾਫੀ ਪਛਤਾ ਰਹੀ ਹੁੰਦੀ ਹੈ। ਹੁਣ ਅਗਲੇ ਦਿਨ ਸਾਰੇ ਦੋਸਤ ਪੌਲ ਦੇ ਘਰ ਤੋਂ ਨਿਕਲਣ ਲੱਗਦੇ ਹਨ, ਲੇਕਿਨ ਉਦੋਂ ਹੀ ਜੈ ਨੂੰ ਪੌਲ ਦੇ ਘਰ ਦੇ ਉੱਤੇ ਉਹ ਬਲਾ ਵੇਖ ਜਾਂਦੀ ਹੈ। ਉਸ ਬਲਾ ਨੇ ਉਸਦੇ ਦਾਦੇ ਦਾ ਪੇਚ ਬਦਲਿਆ ਹੋਇਆ ਸੀ। ਉਸ ਬਲਾ ਨੇ ਉਹਨਾਂ ਬੋਟ ਵਾਲੇ ਮੁੰਡਿਆਂ ਨੂੰ ਵੀ ਮਾਰ ਦਿੱਤਾ ਸੀ। ਇਸ ਲਈ ਉਹ ਫੇਰ ਤੋਂ ਜੈ ਦੇ ਪਿੱਛੇ ਲੱਗ ਗਈ ਹੈ। ਹੁਣ ਜੈ, ਪੌਲ, ਯੈਰਾ ਅਤੇ ਕੈਲੀ ਇੱਕ ਸਵਿਮਿੰਗ ਪੂਲ ਤੇ ਜਾਂਦੇ ਹਨ ਜੋ ਚਾਰੋਂ ਪਾਸੋਂ ਬੰਦ ਹੁੰਦਾ ਹੈ। ਇੱਥੇ ਉਸ ਬਲਾ ਦਾ ਸਾਹਮਣਾ ਕਰਨ ਦੀ ਤਿਆਰੀ ਕਰਦੇ ਹਨ। ਉਹ ਉਸ ਪੂਲ ਦੇ ਚਾਰੋਂ ਪਾਸੇ ਇਲੈਕਟ੍ਰਿਸਿਟੀ ਲਗਾ ਦਿੰਦੇ ਹਨ। ਫਿਰ ਜੈ ਉਸ ਪਾਣੀ ਦੇ ਅੰਦਰ ਜਾ ਕੇ ਉਸ ਬਲਾ ਦੇ ਆਉਣ ਦਾ ਇੰਤਜ਼ਾਰ ਕਰਦੀ ਹੈ। ਥੋੜੀ ਦੇਰ ਵਿੱਚ ਬਾਹਰ ਮੌਸਮ ਖਰਾਬ ਹੋ ਜਾਂਦਾ ਹੈ। ਫਿਰ ਜੈ ਉਸ ਬਲਾ ਨੂੰ ਪੂਲ ਵੱਲ ਆਉਂਦੇ ਹੋਏ ਵੇਖਦੀ ਹੈ। ਫਿਰ ਉਹ ਸਾਰਿਆਂ ਨੂੰ ਇਸ਼ਾਰਾ ਕਰਕੇ ਦੱਸਦੀ ਹੈ ਕਿ ਉਹ ਬਲਾ ਆ ਗਈ ਹੈ। ਫਿਰ ਕੈਲੀ ਉਸ ਨੂੰ ਪੁੱਛਦੀ ਹੈ ਕਿ ਉਹ ਕਿਸ ਤਰ੍ਹਾਂ ਵਿਖਦੀ ਹੈ, ਲੇਕਿਨ ਜੈ ਉਸ ਨੂੰ ਕੁਝ ਵੀ ਨਹੀਂ ਦੱਸਦੀ ਕਿਉਂਕਿ ਉਹ ਕਾਫੀ ਡਰੀ ਹੁੰਦੀ ਹੈ। ਹੁਣ ਜੈ ਪੂਲ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਉਹ ਬਲਾ ਉਸ ਨੂੰ ਬਾਹਰ ਨਹੀਂ ਨਿਕਲਣ ਦਿੰਦੀ ਅਤੇ ਬਿਜਲੀ ਦਾ ਸਮਾਨ ਉਸ ਦੇ ਉੱਤੇ ਹੀ ਸੱਟਣ ਲੱਗ ਜਾਂਦੀ ਹੈ। ਹੁਣ ਜੈ ਉਸ ਬਲਾ ਵੱਲੇ ਇਸ਼ਾਰਾ ਕਰਕੇ ਆਪਣੇ ਦੋਸਤਾਂ ਦੀ ਮਦਦ ਕਰਦੀ ਹੈ ਤਾਂ ਕਿ ਉਹ ਉਸ ਨੂੰ ਸ਼ੂਟ ਕਰ ਸਕਣ, ਲੇਕਿਨ ਉਹ ਬਲਾ ਲਗਾਤਾਰ ਉਸ ਦੇ ਉੱਤੇ ਸਮਾਨ ਸੱਟ ਰਹੀ ਹੁੰਦੀ ਹੈ। ਦਰਅਸਲ ਉਸ ਵੇਲੇ ਉਸ ਬਲਾ ਨੇ ਉਸਦੇ ਮਰੇ ਹੋਏ ਫਾਦਰ ਸਾਹਿਬ ਦਾ ਪੇਸ ਬਦਲਿਆ ਹੋਇਆ ਸੀ। ਇਸੇ ਲਈ ਉਹ ਆਪਣੀ ਭੈਣ ਨੂੰ ਨਹੀਂ ਦੱਸ ਪਾ ਰਹੀ ਸੀ ਕਿ ਉਹ ਬਲਾ ਕਿਸ ਤਰ੍ਹਾਂ ਵਿਖਦੀ ਹੈ। ਹੁਣ ਪੌਲ ਉਸ ਉੜਦੇ ਹੋਏ ਸਮਾਨ ਨੂੰ ਵੇਖ ਕੇ ਹਵਾ ਵਿੱਚ ਗੋਲੀ ਚਲਾ ਦਿੰਦਾ ਹੈ, ਲੇਕਿਨ ਉਹ ਗੋਲੀ ਜਾ ਕੇ ਯੈਰਾ ਦੇ ਪੈਰ ਵਿੱਚ ਲੱਗ ਜਾਂਦੀ ਹੈ। ਉਹ ਬਲਾ ਹੁਣ ਵੀ ਲਗਾਤਾਰ ਬਿਜਲੀ ਦਾ ਸਮਾਨ ਜੈ ਦੇ ਉੱਤੇ ਸੱਟ ਰਹੀ ਹੁੰਦੀ ਹੈ। ਹੁਣ ਕੈਲੀ ਪੌਲ ਦੀ ਮਦਦ ਕਰਨ ਲਈ ਇੱਕ ਚੱਦਰ ਨੂੰ ਉਸ ਬਲਾ ਦੇ ਉੱਤੇ ਸੱਟ ਦਿੰਦੀ ਹੈ। ਹੁਣ ਪੌਲ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਬਲਾ ਕਿੱਥੇ ਹੈ ਅਤੇ ਪੌਲ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੰਦਾ ਹੈ। ਹੁਣ ਉਹ ਤਾਕਤ ਕਾਇਲ ਹੋ ਕੇ ਪੂਲ ਦੇ ਵਿੱਚ ਡਿੱਗ ਜਾਂਦੀ ਹੈ। ਹੁਣ ਜੈ ਪੂਲ ਤੋਂ ਬਾਹਰ ਆਉਣ ਲਈ ਤੈਰ ਕੇ ਕਿਨਾਰੇ ਵੱਲ ਆਉਂਦੀ ਹੈ, ਲੇਕਿਨ ਉਹ ਬਲਾ ਉਸ ਦਾ ਪੈਰ ਫੜ ਲੈਂਦੀ ਹੈ ਅਤੇ ਉਸ ਨੂੰ ਥੱਲੇ ਖਿੱਚ ਲੈਂਦੀ ਹੈ। ਪੌਲ ਅੰਦਾਜ਼ੇ ਨਾਲ ਲਗਾਤਾਰ ਉਸ ਬਲਾ ਵੱਲੇ ਗੋਲੀਆਂ ਚਲਾ ਰਿਹਾ ਹੁੰਦਾ ਹੈ ਤੇ ਇੱਕ ਗੋਲੀ ਫਿਰ ਤੋਂ ਉਸ ਬਲਾ ਦੇ ਸਿਰ ਤੇ ਲੱਗ ਜਾਂਦੀ ਹੈ। ਮੌਕੇ ਦਾ ਫਾਇਦਾ ਚੁੱਕ ਕੇ ਜੈ ਪੂਲ ਤੋਂ ਬਾਹਰ ਆ ਜਾਂਦੀ ਹੈ। ਹੁਣ ਉਹ ਫਿਰ ਤੋਂ ਚੈੱਕ ਕਰਨ ਲਈ ਜਾਂਦੀ ਹੈ ਕਿ ਉਹ ਬਲਾ ਜਿੰਦਾ ਹੈ ਜਾਂ ਮਰ ਚੁੱਕੀ ਹੈ। ਜੈ ਨੂੰ ਪੂਲ ਵਿੱਚ ਖੂਨ ਹੀ ਖੂਨ ਦਿਖਾਈ ਦਿੰਦਾ ਹੈ ਅਤੇ ਪੂਲ ਸਾਰਾ ਖੂਨ ਨਾਲ ਲਾਲ ਹੋ ਜਾਂਦਾ ਹੈ। ਹੁਣ ਉਸ ਰਾਤ ਜੈ ਅਤੇ ਪੌਲ ਇੱਕ ਦੂਜੇ ਨਾਲ ਇੰਟੀਮੇਟ ਹੋ ਜਾਂਦੇ ਹਨ। ਜਦੋਂ ਜੈ ਸੋ ਜਾਂਦੀ ਹੈ ਤਾਂ ਪੌਲ ਰਾਤ ਨੂੰ ਬਾਹਰ ਜਾਂਦਾ ਹੈ। ਉਸ ਨੂੰ ਸੜਕ ਦੇ ਕਿਨਾਰੇ ਕੁਝ ਵੈਸ਼ਿਆਵਾਂ ਵਿਖਦੀਆਂ ਹਨ। ਹੁਣ ਉਹਨਾਂ ਨੂੰ ਵੇਖ ਕੇ ਪੌਲ ਨੂੰ ਆਈਡੀਆ ਆ ਜਾਂਦਾ ਹੈ। ਉਹ ਸੋਚਦਾ ਹੈ ਕਿ ਮੈਂ ਇਹ ਸ਼ਰਾਬ ਨੂੰ ਇੰਨਾ ਫੈਲਾ ਦੇਵਾਂਗਾ ਕਿ ਉਸ ਬਲਾ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਕਿਸ ਨੂੰ ਮਾਰਾ। ਹੁਣ ਸੀਨ ਚੇਂਜ ਹੁੰਦਾ ਹੈ। ਜੈ ਅਤੇ ਪੌਲ ਇੱਕ ਦੂਜੇ ਦਾ ਹੱਥ ਫੜ ਕੇ ਕਿੱਥੇ ਜਾ ਰਹੇ ਹੁੰਦੇ ਹਨ। ਉਹ ਇਸ ਗੱਲ ਤੋਂ ਬੇਖਬਰ ਹੁੰਦੇ ਹਨ ਕਿ ਕੋਈ ਹੁਣੇ ਵੀ ਇਹਨਾਂ ਦਾ ਪਿੱਛਾ ਕਰ ਰਿਹਾ ਹੈ। ਦੋਸਤੋ, ਕਿਵੇਂ ਲੱਗੀ ਇਹ ਸਟੋਰੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦੇਣਾ। ਮੈਂ ਮਿਲਾਂਗਾ ਤੁਹਾਨੂੰ ਨਏ ਦਿਨ ਨਈ ਸਟੋਰੀ ਦੇ ਨਾਲ। ਉਦੋਂ ਤੱਕ ਲਵ ਯੂ, ਟਾਟਾ, ਬਾਏ ਬਾਏ।